3 in the book, page number 102. ਇਸ ਦੇ ਵਿੱਚੋਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਐਪਲੀਕੇਸ਼ਨਸ ਦੇ ਵਿੱਚੋਂ ਦੇਖੋ ਨੇ ਫਸਟ ਆਫ ਆਲ ਵਾਈ ਦ sky appears to be blue ਜਾਂ why the river ਜਾਂ sea water appears to be blue, ਉਹਦੇ ਦੋਨਾਂ 'ਚ ਕਾਮਨ ਆਨਸਰ ਆਊਗਾ ਕਿ ਦੇਖੋ ਆਪਾਂ ਕਹਿੰਦੇ ਨੇ ਕਿ ਮਤਲਬ ਜਿਵੇਂ ਸਕਾਈ ਬਲੂ ਕਿਉਂ ਹੁੰਦਾ ਹੈ ਜਾਂ ਰਿਵਰ ਵਾਟਰ ਬਲੂ ਕਿਉਂ ਹੁੰਦਾ ਹੈ, ਆਪਾਂ ਕਹਾਂਗੇ ਕਿ ਸਕਾਈ ਦੇ ਕੇਸ 'ਚ ਆਪਾਂ ਕਹਿੰਦੇ ਕਿ देयर आर ਵਾਟਰ ਡ੍ਰੌਪਲੇਟਸ ਤੇ ਡਸਟ ਪਾਰਟੀਕਲਸ, ਠੀਕ ਹੈ। ਸਿਮਿਲਰਲੀ ਪਾਣੀ ਦੇ ਕੇਸ 'ਚ ਆਪਾਂ ਕਹਿੰਦੇ ਕਿ देयर आर ਡਸਟ ਪਾਰਟੀਕਲਸ, ਠੀਕ ਹੈ, ਜਿਨ੍ਹਾਂ ਦਾ ਸਾਈਜ਼ ਇਨ ਦ ਕੋਲੋਇਡਲ ਰੇਂਜ ਹੁੰਦਾ ਹੈ, ਠੀਕ ਹੈ। ਤਾਂ ਜਦੋਂ ਉਹਦੇ ਉੱਪਰ ਲਾਈਟ ਗਿਰਦੀ ਹੈ ਤਾਂ ਦਿਸ ਸਕੈਟਰ ਦ ਬਲੂ ਪਾਰਟ ਆਫ ਦ ਲਾਈਟ, ਠੀਕ ਹੈ ਨਾ, ਤਾਂ ਕਰਕੇ ਉਹ ਆਪਾਂ ਨੂੰ ਜਿਹੜਾ ਬਲੂ ਕਲਰ ਹੈ ਉਹ ਦਿਖਦਾ ਹੈ। ਬਸ ਸਿੰਪਲੀ ਇੰਨਾ ਤੁਸੀਂ ਲਿਖਣਾ ਉੱਥੇ, ਠੀਕ ਹੈ। ਅੱਛਾ, ਆਪਾਂ ਨੂੰ ਉਸ 'ਚ ਵੀ ਆ ਸਕਦਾ ਹੈ ਆਰਟੀਫਿਸ਼ੀਅਲ ਰੇਂਜ। ਦੇਖੋ ਆਪਾਂ ਕਹਿੰਦੇ ਆਰਟੀਫਿਸ਼ੀਅਲ ਰੇਨ ਆਪਾਂ ਕਿੱਦਾਂ ਕਾਜ਼ ਕਰਦੇ ਹਾਂ, ਮਤਲਬ ਮੂਵੀਜ਼ ਵਗੈਰਾ 'ਚ ਜਾਂ ਵੈਸੇ ਵੀ, ਹੈ ਨਾ, ਤਾਂ ਉਹਦੇ 'ਚ ਵੀ ਸੇਮ ਚੀਜ਼ ਹੁੰਦੀ ਹੈ। ਮਤਲਬ ਇਸੇ ਚੀਜ਼ ਨੂੰ ਆਪਾਂ ਨੇ ਬਸ ਇੱਕ ਹੋਰ ਵੇ ਨਾਲ ਲਿਖਣਾ ਹੁੰਦਾ। ਤੁਸੀਂ ਬੁੱਕ 'ਚ ਜਾ ਕੇ ਪੜ੍ਹਿਆ ਤਾਂ ਕਰੋ ਚੀਜ਼ ਨੂੰ, ਪੜ੍ਹਿਆ ਸੀਗਾ ਨੋਟਸ ਤਾਂ ਦੇ ਆਪਾਂ ਨੇ ਹੈਡਿੰਗਸ ਦਿੱਤੀਆਂ ਹੋਈਆਂ ਨੇ ਨਾ, ਤੇ ਮੈਂ ਕਿਹਾ ਸੀ ਬੁੱਕ 'ਚੋਂ ਪੜ੍ਹਨਾ ਹੈ। NCERT ਪੜ੍ਹ ਲਓ ਚਾਹੇ ਦਿਨੇਸ਼ ਦੀ ਬੁੱਕ ਪੜ੍ਹੋ। ਵੈਸੇ ਜਦੋਂ ਕੋਈ ਚੀਜ਼ ਸਮਝ ਨਹੀਂ ਹੁੰਦੀ ਹੈ ਉਦੋਂ NCERT ਨਹੀਂ ਕੰਮ ਆਉਂਦੀ, ਉਦੋਂ ਦਿਨੇਸ਼ ਦੀ ਬੁੱਕ ਪੜ੍ਹਿਆ ਕਰੋ, ਠੀਕ ਹੈ ਨਾ, ਕਿਉਂਕਿ NCERT ਦਾ ਜਸਟ ਉਹ ਇੱਕ ਲਾਈਨ 'ਚ ਮੈਂਸ਼ਨ ਕੀਤਾ ਹੋਊਗਾ। ਤਾਂ ਦੇਖੋ ਆਰਟੀਫਿਸ਼ੀਅਲ ਰੇਨ ਵੀ ਸੇਮ ਚੀਜ਼ ਹੈ ਕਿ ਜਿਹੜੇ ਵਾਟਰ ਡ੍ਰੌਪਲੇਟਸ ਹੈ ਜਦੋਂ ਉਹ ਕੋਲੋਇਡਲ ਰੇਂਜ 'ਚ ਹੋਣਗੇ, ਠੀਕ ਹੈ, ਤਾਂ ਉਹਨਾਂ ਕੋਲ ਅਗੇਨ ਦੇ ਵਿਲ ਕੈਰੀ ਸਮ ਚਾਰਜ ਈਦਰ ਨੈਗੇਟਿਵ ਔਰ ਪੋਜ਼ਿਟਿਵ। ਤਾਂ ਜਿਵੇਂ ਵਾਟਰ ਨੂੰ ਵੈਰੀ ਫਾਈਨ ਡ੍ਰੌਪਲੇਟਸ ਦੀ ਫਾਰਮ 'ਚ ਸਪਰੇ ਕੀਤਾ ਜਾਂਦਾ ਹੈ ਹਵਾ 'ਚ। ਵੈਰੀ ਫਾਈਨ ਡ੍ਰੌਪਲੇਟਸ ਕਿੰਨੇ ਕੁ ਫਾਈਨ ਕਿ ਦੇ ਸ਼ੁੱਡ ਬੀ ਇਨ ਦ ਸਾਈਜ਼ ਰੇਂਜ 1 ਤੋਂ 1000 ਨੈਨੋਮੀਟਰ, ਠੀਕ ਹੈ। ਤਾਂ ਕੋਲੋਇਡਲ ਰੇਂਜ ਹੈ, ਉਹਨਾਂ ਕੋਲੇ ਅਨਮੋਲ ਕੋਈ ਨਾ ਕੋਈ ਚਾਰਜ ਹੈਗਾ ਰਾਜੇ, ਈਦਰ ਨੈਗੇਟਿਵ ਔਰ ਪੋਜ਼ਿਟਿਵ। ਤਾਂ ਐਟ ਦ ਸੇਮ ਟਾਈਮ ਆਪਾਂ ਕੀ ਕਰਾਂਗੇ, ਆਪਾਂ ਇੱਕ ਹੋਰ ਚੀਜ਼ ਸਪਰੇ ਕਰਾਂਗੇ, ਚਾਹੇ ਉਹ ਸੈਂਡ ਹੈ, ਡਸਟ ਹੈ, ਚਾਹੇ ਸਿਲਵਰ ਆਇਓਡਾਈਡ ਹੈ, ਚਾਹੇ ਫੈਰਿਕ ਹਾਈਡਰੋਕਸਾਈਡ ਹੈ। ਕਿਹੜੀ ਚੀਜ਼ ਸਪਰੇ ਕਰਾਂਗੇ ਜਿਹਦਾ ਚਾਰਜ ਕੀ ਹੋਊਗਾ ਵਾਟਰ ਡ੍ਰੌਪਲੇਟਸ ਤੋਂ ਉਲਟਾ। ਜਦੋਂ ਉਲਟਾ ਹੋਊਗਾ ਤਾਂ ਉਹ ਆਪਸ ਵਿੱਚ ਟਕਰਾ ਕੇ ਕੀ ਹੋ ਜਾਣਗੇ, ਨਿਊਟਰਲਾਈਜ਼ ਹੋਣ ਤੋਂ ਬਾਅਦ ਨੀਚੇ ਗਿਰਨਗੇ। ਆਰਟੀਫੀਸ਼ੀਅਲ ਰੇਨ, ਯੂ ਗੈਟਿੰਗ ਅ ਪੁਆਇੰਟ, ਠੀਕ ਹੈ। ਐਂਡ ਸਿਮਿਲਰਲੀ ਡੈਲਟਾ ਫਾਰਮੇਸ਼ਨ ਕੀ ਹੈ ਰਾਜੇ, ਦੇਖੋ ਅਗੇਨ ਸੇਮ ਚੀਜ਼ ਕਿ ਪਾਣੀ ਦੇ ਵਿੱਚ ਦੇਖੋ ਡੈਲਟਾ ਕਿਸ ਤੋਂ ਬਣਦਾ, ਮਿੱਟੀ ਤੋਂ ਹੀ ਬਣਦਾ ਨਾ, ਸੈਂਡ ਪਾਰਟੀਕਲਸ ਹੀ ਹੁੰਦੇ ਨੇ। ਦੇਖੋ ਆਪਣੇ ਕੋਲ ਆ ਰਿਵਰ ਬੈਡ ਹੈ, ਪਾਣੀ ਫਲੋ ਕਰ ਰਿਹਾ ਹੈ, ਡੈਲਟਾਸ ਕੀ ਹੁੰਦੇ ਨੇ, ਟ੍ਰਾਇੰਗੂਲਰ ਇਨ ਸ਼ੇਪ, ਇਦਾਂ ਕਾਰਨਰਸ ਤੇ ਬਣੇ ਹੋਏ, ਠੀਕ ਹੈ, ਮਤਲਬ ਥੀਸ ਆਰ ਕਾਲਡ ਡੈਲਟਾਸ, ਠੀਕ ਹੈ ਨਾ। ਸੋ ਠੀਕ ਹੈ ਨਾ, ਤਾਂ ਹੁਣ ਇਹ ਡੈਲਟਾਸ ਕਿਵੇਂ ਬਣਦੇ ਨੇ, ਅਗੇਨ ਸੇਮ ਚੀਜ਼ ਕਿ ਪਾਣੀ ਦੇ ਵਿੱਚ ਡਸਟ ਪਾਰਟੀਕਲਸ ਹੁੰਦੇ ਨੇ, ਮਿੱਟੀ ਦੇ ਪਾਰਟੀਕਲਸ ਜਿਨ੍ਹਾਂ ਤੋਂ ਇਹ ਡੈਲਟਾ ਬਣਿਆ, ਉਹ ਮਿੱਟੀ ਦੇ ਪਾਰਟੀਕਲਸ ਅਗੇਨ ਕੋਲੋਇਡਲ ਰੇਂਜ ਹੈ। ਜਦੋਂ ਕੋਲੋਇਡਲ ਰੇਂਜ ਹੈ ਉਹਨਾਂ ਕੋਲ ਚਾਰਜ ਹੈਗਾ, ਸਭ ਦਾ ਲੌਜਿਕ ਸੇਮ ਹੈ, ਉਹਨਾਂ ਕੋਲ ਚਾਰਜ ਹੈਗਾ। ਪਾਣੀ ਦੇ ਵਿੱਚ ਸਾਲਟਸ ਵੀ ਡਿਸੋਲਵਡ ਹੈ, ਦੇ ਆਰ ਇਲੈਕਟ੍ਰੋਲਾਈਟਸ। ਆਪਾਂ ਕੋਐਗੂਲੇਸ਼ਨ ਕਿਵੇਂ ਕਰਦੇ ਹੁੰਦੇ ਆ, ਇਲੈਕਟ੍ਰੋਲਾਈਟ ਪਾ ਕੇ। ਤਾਂ ਕੋਲੋਇਡਲ ਪਾਰਟੀਕਲ ਵੀ ਵਿੱਚ ਹੀ ਨੇ ਇਨ ਦ ਫਾਰਮ ਆਫ ਸੈਂਡ ਐਂਡ ਡਸਟ, ਇਲੈਕਟ੍ਰੋਲਾਈਟ ਵੀ ਵਿੱਚ ਹੀ ਹੈ ਇਨ ਦ ਫਾਰਮ ਆਫ ਸਾਲਟ। ਤਾਂ ਜਿਹੜੇ ਉਹ ਬਹਿੰਦੇ ਜਿੱਥੇ ਵੀ ਮਤਲਬ ਇੱਕ ਆਪਾਂ ਨੂੰ ਨੈਚੁਰਲ ਇੱਕ ਸਿੰਪਲ ਜੀ ਗੱਲ ਹੈ ਵੀ ਜਿੱਥੇ ਆਪਾਂ ਨੂੰ ਕੋਐਗੂਲੇਸ਼ਨ ਪ੍ਰੋਸੈਸ ਈਜ਼ੀ ਹੋਊਗੀ, ਮਤਲਬ ਜਿੱਥੇ ਜ਼ਮੀਨ ਉੱਚੀ ਹੋਊਗੀ, ਠੀਕ ਹੈ ਨਾ, ਉੱਥੇ ਜਿਹੜੇ ਉਹ ਇਲੈਕਟ੍ਰੋਲਾਈਟਸ ਨੇ ਉਹਦੇ ਨਾਲ ਜਦੋਂ ਉਹ ਨਿਊਟਰਲਾਈਜ਼ ਹੋਣਗੇ ਤਾਂ ਉੱਥੇ ਹੋਰ ਜਮਾ ਹੋ ਜਾਣਗੇ, ਲੀਡਿੰਗ ਟੂ ਦ ਫਾਰਮੇਸ਼ਨ ਆਫ ਡੈਲਟਾ। ਸਿੰਪਲ ਜੀ ਗੱਲ, ਠੀਕ ਹੈ ਨਾ। ਸੋ ਜੇ ਆਰਟੀਫੀਸ਼ੀਅਲ ਰੇਨ ਆਂਦੀ ਹੈ ਜਾਂ ਡੈਲਟਾ ਆਂਦੀ ਹੈ, that is coagulation। ਜੇ ਆਪਾਂ ਨੂੰ ਬਲੂ ਕਲਰ ਆਫ ਦ ਸਕਾਈ ਆਂਦਾ, that is Tyndall effect, scattering of light। ਡਨ, ਠੀਕ ਹੈ। ਬਾਕੀ ਤੁਸੀਂ ਬੁੱਕ ਚੋਂ ਪੜ੍ਹ ਲਿਓ, ਠੀਕ ਹੈ ਨਾ, ਇੱਕ ਵਾਰ ਫਿਰ। ਹਾਂਜੀ ਬੇਟੇ, ਸੋ ਕਮ ਔਨ ਟੂ the question number 1, define associated colloid with an example। ਹਾਂਜੀ ਬੇਟੇ, the large number of ions associated that are not associated ਨਹੀਂ, colloid. ਹਾਂਜੀ ਬੇਟੇ, ਅਪੇक्षा, what do you mean by an associated colloid? So associated colloid are also known as mycelials, which are attracted by opposite charges and
Alicia, what do you mean by associated colloids? ठीक, हाँ जी, जशन large number of fine aggregate ਕਰਦੇ ਜਦੋਂ ਉਹਨਾਂ ਦੇ oppositely charged particles ਹੁੰਦੇ ਆ ਇਸ ਬੁੱਕ ਦਿੱਤੀ ਦੀ ਡੈਫੀਨੇਸ਼ਨ ਤੁਹਾਨੂੰ ਮੈਂ ਕਿਹਾ ਸੀ ਨੋਟਸ ਚ ਪੜਿਆ ਕਰੋ। ਇਹ ਬੁੱਕਸ ਆਪਾਂ ਨੂੰ ਕੁਐਸਚਨਸ ਦੇਣ ਲਈ ਨੇ, ਨਾ ਕਿ ਆਨਸਰਸ ਦੇਣ ਲਈ, ਠੀਕ ਹੈ ਨਾ, ਮਤਲਬ ਇਹ ਰੈਫਰੈਂਸ ਬੁੱਕਸ ਨਹੀਂ ਹੁੰਦੀਆਂ। ਐਸੋਸੀਏਟਿਡ ਕੋਲੋਇਡ ਕੀ ਹੁੰਦਾ ਹੈ ਕਿ these are those colloids which behave as normal electrolytes under low concentration, but at high concentration they aggregate together to form particles of colloidal size. ਉਹਨਾਂ ਨੂੰ associated colloid ਕਹਿੰਦੇ ਆ, and myceli is an example, ਨਾ ਕਿ ਆਪਾਂ ਕਹਿੰਦੇ they are also known as associated colloids, ਠੀਕ ਹੈ ਨਾ। Soap से related ही है सर। हाँ Soap से related। हाँ वही एग्जांपल है, ठीक है ना। ਤੇ ਆਪਾਂ ਸੋਪਸ ਐਂਡ ਡਿਟਰਜੈਂਟਸ ਨੂੰ ਵੀ ਐਸੋਸੀਏਟਿਡ ਕੋਲੋਇਡਸ ਦੀ ਐਗਜ਼ਾਮਪਲਸ ਲਿਖ ਸਕਦੇ ਹਾਂ, ਬਟ ਟੈਕਨੀਕਲੀ ਇਟ ਇਜ਼ ਰੋਂਗ, ਕਿਉਂਕਿ ਉਹੀ ਤਾਂ ਡੈਫੀਨੇਸ਼ਨ ਹੈ ਵੀ ਸੋਪ ਐਟ ਲੋ ਕਨਸੈਂਟ੍ਰੇਸ਼ਨ ਐਸੋਸੀਏਟਿਡ ਕੋਲੋਇਡ ਹੈ ਹੀ ਨਹੀਂ, ਹਾਈ ਕਨਸੈਂਟ੍ਰੇਸ਼ਨ ਤੇ ਹੁੰਦੀ ਹੈ, ਤੇ ਹਾਈ ਕਨਸੈਂਟ੍ਰੇਸ਼ਨ ਦਾ ਨਾਮ ਕੀ ਹੁੰਦਾ ਹੈ, ਮਾਈਸਲੀ, ਠੀਕ ਹੈ। ਵਾਈ ਆਰ ਮੈਡੀਸਿਨਸ more effective in colloidal state? हाँ जी, Because they have large surface surface area, ठीक है ना। ਆਪਾਂ ਕਹਿੰਦੇ ਕਿ ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਊਗਾ ਉਹਨਾਂ ਦੀ ਰਿਐਕਟਿਵਿਟੀ ਤੇ ਇਫੈਕਟਿਵਨੈਸ ਇੰਕਰੀਜ਼ ਹੋ ਜੂਗੀ। What is the difference between an emulsion and a gel? ਦੇਖੋ ਇਹਦੇ ਵੈਸੇ ਤਾਂ ਹੁਣ ਇਹ ਕੁਐਸਚਨ ਆਪਣੇ ਆਊਟ ਆਫ ਸਿਲੇਬਸ ਹੈ, ਠੀਕ ਹੈ, ਬਟ emulsion ਕੀ ਹੁੰਦੀ ਹੈ, ਉਹਦੇ ਲਿਕੁਇਡ ਇਨ ਲਿਕੁਇਡ, ਜੈਲ ਕੀ ਹੁੰਦਾ ਹੈ, ਲਿਕੁਇਡ ਇਨ ਸੋਲਿਡ, ਇਹ ਡਿਫਰੈਂਸ ਹੈ। What type of colloid? ਦੇਖੋ they don't depend upon these books, ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇਹ ਬੁੱਕਸ ਐਂਡ ਤੇ ਰਿਵਾਈਜ਼ ਕਰਨ ਲਈ ਹੁੰਦੀਆਂ, ਬਟ ਪਹਿਲਾਂ ਆਪਾਂ ਨੂੰ ਨੋਟਸ ਤੇ ਬੁੱਕ ਪੜ੍ਹਨੀ ਪਊਗੀ। ਜੇ ਤੁਸੀਂ ਕਹੋ ਕਿ ਇਹ ਬੁੱਕ ਪੜ੍ਹ ਕੇ ਆਪਾਂ ਪੇਪਰ ਸਾਰਾ ਸਹੀ ਅਟੈਂਪਟ ਕਰ ਦਾਂਗੇ, ਉਹ ਨਹੀਂ ਹੋਣਾ, ਠੀਕ ਹੈ ਨਾ। ਇਹ ਲਾਸਟ 10 ਈਅਰ ਕੁਐਸਚਨ ਨੇ, ਇਹ ਅਗਲੇ 10 ਈਅਰ ਕੁਐਸਚਨ ਨਹੀਂ ਹੈਗੇ। ਜੇ ਤਾਂ ਅਗਲੇ 10 ਈਅਰ ਕੁਐਸਚਨ ਹੁੰਦੇ ਨਾ ਫਿਰ ਤਾਂ ਆਪਾਂ ਕਹਿੰਦੇ ਵੀ ਆਹੀ ਪੜ੍ਹ ਲਓ, ਠੀਕ ਹੈ। ਤੇ ਲਾਸਟ 10 ਇਅਰਸ ਨੇ, ਤੇ ਜ਼ਰੂਰੀ ਨਹੀਂ ਹੁੰਦਾ ਕਿ ਲਾਸਟ 10 ਇਅਰਸ ਤੋਂ ਸਾਰਾ ਪੇਪਰ ਆਊਗਾ, ਠੀਕ ਹੈ। 70% ਆਫ ਦ ਐਗਜ਼ਾਮ ਵਿਲ ਬੀ ਫਰਮ ਦਿਸ, ਤਾਂ ਇਹ ਪਾਸ ਹੋਣ ਲਈ ਹੁੰਦੀਆਂ ਨੇ, ਨਾ ਕਿ ਸਕੋਰ ਕਰਨ ਲਈ, ਠੀਕ ਹੈ। ਹਾਂਜੀ ਹਰੇ, what type of colloid is formed when a liquid is dispersed in a solid? ਹੋ ਜੂਗਾ ਰਹੇ ਹੁਣ ਇਹ ਜੈਲਸ ਦੀਆਂ ਐਗਜ਼ਾਮਪਲਸ ਕਰ ਲਿਓ। सर हाँ, सर। slime भी अभी जल्दी सर। ਸਲਾਈਮ ਵੀ ਜੈਲ ਹੀ ਹੁੰਦਾ ਰਹੇ, ਠੀਕ ਹੈ ਨਾ। What type of colloid is formed when a gas is dispersed in a liquid? ਕਿਹੜਾ ਹੁੰਦਾ ਹੈ, foams. What is the reason for the stability of colloidal sols? ਹਾਂਜੀ ਰਾਜੇ, ਕੱਲ ਤਾਂ ਦੱਸਿਆ charges, ਆਪਾਂ ਕਹਿੰਦੇ ਕਿ ਉਹਨਾਂ ਦੇ ਉੱਤੇ presence of a charge is responsible for their stability. As soon as they come closer to each other they get repelled and again separate. Out of barium chloride and KCl, which one is a more effective in? ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਕੁਐਸਚਨ ਤਾਂ ਆਂਦੇ ਹੀ ਆਂਦੇ ਆ, ਠੀਕ ਹੈ ਨਾ। ਕਿਹੜਾ ਰੂਲ ਸੀਗਾ ਇਹ, ਹਾਰਡੀ-ਸ਼ੁਲਜ਼ ਰੂਲ, ਠੀਕ ਹੈ ਨਾ। ਹਾਂ ਸ਼ੁਲਜ਼ ਹੀ ਹੈ, ਠੀਕ ਹੈ, ਕੋਈ ਸਕੂਲਸ ਤੇ ਸ਼ੁਲਜ਼ ਨਹੀਂ ਹੈਗਾ, ਠੀਕ ਹੈ। ਇਟ ਇਜ਼ ਹਾਰਡੀ-ਸ਼ੁਲਜ਼। What are emulsions? ਹਾਂਜੀ ਰਾਈਟ, ਸੋ ਅਗੇਨ ਆਊਟ ਆਫ ਸਿਲੇਬਸ ਹੈ, ਬਟ ਯੈਸ ਆਪਣੀਆਂ ਦੋ ਇੰਪੋਰਟੈਂਟ ਕੈਟਾਗਰੀਜ਼ ਇਸ ਦੇ ਅੰਡਰ ਆਉਂਦੀਆਂ, ਤਾਂ ਕੋਈ ਹਰਜ਼ ਨਹੀਂ ਕਰਨ ਚ। ਕਰਨਾ ਵੀ ਕੀ ਹੈ, ਲਿਕੁਇਡ ਇਨ ਲਿਕੁਇਡ, ਇਹ emulsion ਹੈ, ਦੋ ਟਾਈਪ ਦੀ। ਜੇ ਪਾਣੀ ਤੇਲ ਚ ਘੁਲ ਗਿਆ ਤਾਂ ਆਇਲ ਇਨ ਵਾਟਰ, ਜੇ ਤੇਲ ਪਾਣੀ ਚ ਘੁਲ ਗਿਆ ਤਾਂ ਵਾਟਰ ਇਨ ਆਇਲ, ਨਹੀਂ ਹਾਂ ਪਾਣੀ ਤੇਲ ਚ ਘੁਲ ਗਿਆ ਤਾਂ ਵਾਟਰ ਇਨ ਆਇਲ। ਐਗਜ਼ਾਮਪਲਸ, ਇੱਕ ਮੈਡੀਸਿਨਸ, ਠੀਕ ਹੈ। ਨੰਬਰ 2 ਮਿਲਕ। ਮਿਲਕ is an emulsion of liquid fat in liquid water, ठीक है। Define dialysis, ਆਪਾਂ ਨੇ ਗੱਲ ਕਰ ਲਿਆ ਵਜੇ। A delta is formed at the meeting point of sea water and river water, ਹੋ ਜਾਊਗਾ। Write the dispersed phase and dispersion media in butter, ठीक है, ਕੀ ਹੋਊਗਾ ਵਜੇ, liquid in a solid। Give one example of oil in water ਤੇ water in oil emulsion, ਠੀਕ ਹੈ ਨਾ। ਦੇਖੋ ਜਿਹੜੀਆਂ ਮੈਡੀਸਿਨਸ ਤੇ ਮਿਲਕ ਨੇ, ਅਗੇਨ ਦੋ ਟਿਪੀਕਲ ਐਗਜ਼ਾਮਪਲਸ ਹੈ, ਦੋਨੇ ਉਲਟਾ, ਠੀਕ ਹੈ।
give one example of sol and a gel sols ਤਰ੍ਹਾਂ ਦੇ ਤੁਸੀਂ ਹਾਂ ਸੋਲ ਵੈਸੇ ਤਾਂ ਕਿਸੇ ਵੀ ਤੁਸੀਂ ਕੋਲੋਇਡਲ ਸੋਲੂਸ਼ਨ ਨੂੰ ਕਹਿ ਦਿੰਦੇ ਹੋ ਬਟ ਟਿਪੀਕਲੀ ਆਪਾਂ ਕਹਿੰਦੇ ਹੁੰਦੇ ਕਿ ਸੋਲੂਸ਼ਨ ਕੀ ਹੁੰਦਾ ਹੈ ਸੋਲਿਡ ਐਂਡ ਲਿਕੁਇਡ ਸੋ ਸੋਲ ਲਈ ਆਪਾਂ ਸੋਲਿਡ ਐਂਡ ਲਿਕੁਇਡ ਦੀ ਕੋਈ ਵੀ ਐਗਜ਼ਾਮਪਲ ਦੇ ਦਿਓ ਜਿਵੇਂ ਤੁਸੀਂ ਪੇਂਟ ਕਹਿ ਰਹੇ ਹੋ ਉਹ ਵੀ ਆ ਜਾਊਗਾ ਠੀਕ ਹੈ ਜੈਲ ਦੀ ਐਗਜ਼ਾਮਪਲ ਕੋਈ ਵੀ ਦੇ ਦਿਓ give one example of lyophobic ਤੇ lyophiलिc ਹਾਂਜੀ ਰਜੀ gold sol ਕੀ ਹੈ lyophobic ਤੇ lyophiलिc starch ਸੋ ਇੱਕ ਸਿੰਪਲ ਜਿਹਾ ਫੰਡਾ ਦੱਸਦਾ ਹੈ ਜਿੰਨੇ ਵੀ ਨੈਚੁਰਲੀ ਅਕਰਿੰਗ ਕੰਪਾਊਂਡਸ ਨੇ ਦੇ ਫਾਰਮ lyophiलिc ਕੰਪਾਊਂਡਸ ਦੇਖੋ ਗਮ ਜੈਲੇਟਿਨ ਸਟਾਰਚ ਇਹ ਸਾਰੇ ਨੈਚੁਰਲੀ ਅਕਰਿੰਗ ਹੈ ਠੀਕ ਹੈ ਇਹ ਸਾਰੇ lyophiलिc ਹੈ जिन्ने भी अपने लेबोरेटरी मेड रिएजेंट्स है फेरिक हाइड्रोक्साइड मेटल्स दे ऑल आर लायोफोबिक सल्फाइड्स सारे लायोफोबिक है ठीक है ना सो सब तो इजी तरीका याद करने का सो अगेन 16th emulsions there is in 17 name the temperature about which the formation of micelles takes place की ਹੁੰਦਾ है क्राफ्ट टेम्परेचर ते concentration ਨੂੰ ਕੀ ਕਹਿੰਦੇ ਨੇ CMC critical micelle concentration so the minimum temperature at which the micelle formation takes place is called Kraft temperature and the minimum concentration ਆਪਾਂ ਨੇ ਕਿਹਾ ਨਾ ਕਿ low concentration ਤਾਂ ਹੁੰਦੀ ਹੀ ਨਹੀਂ high concentration ਇੱਕ particular concentration ਤੇ ਜਾ ਕੇ ਜਿਵੇਂ ਕਿ ਦੇਖੋ ਜੇ ਹੁਣ soap ਹੈ ਆਪਾਂ ਨੂੰ ਇੱਕ particular amount of soap ਰਗੜਨੀ ਪੈਂਦੀ ਹੈ ਕੱਪੜੇ ਤੇ ਉਸ ਨੂੰ ਸਾਫ਼ ਕਰਨ ਲਈ ਉਹ ਤਾਂ ਸਿਰਫ ਐਡਸ 'ਚ ਹੀ ਹੁੰਦਾ ਹੈ है ना मतलब भी साफ है ना ਤਾਂ ਆਪਾਂ ਨੂੰ ਇਹ ਨਹੀਂ ਹੈ ਕਿ ਆਪਾਂ ਕਲੌਥ ਦੇ ਉੱਤੇ ਐਂ ਕੀਤਾ ਤੇ ਸਾਫ਼ ਹੈ ਨਾ ਈਵਨ ਅਗਰ ਆਪਾਂ ਨੇ ਹੈਂਡਸ ਵੀ ਵਾਸ਼ ਕਰਨੇ ਆਪਣੇ ਹੱਥ ਗੰਦੇ ਆ ਖਾਣਾ ਵਗੈਰਾ ਖਾਣ ਤੋਂ ਬਾਅਦ ਤਾਂ ਆਪਾਂ ਅਗਰ ਲਿਕੁਇਡ ਸੋਪ ਨੂੰ ਹਲਕਾ ਜਿਹਾ ਡ੍ਰੌਪ ਸਿੱਟ ਲਈਏ ਤਾਂ ਕਈ ਵਾਰੀ ਹੱਥ ਸਾਫ਼ ਨਹੀਂ ਹੁੰਦੇ ਵੀ ਨੀਡ ਅ ਪਾਰਟਿਕੂਲਰ ਕਨਸੈਂਟ੍ਰੇਸ਼ਨ ਆਫ ਦ ਸੋਪ ਉਸ ਤੋਂ ਜ਼ਿਆਦਾ ਇਟਸ ਅ ਵੇਸਟੇਜ ਠੀਕ ਹੈ ਤਾਂ ਉਹ ਦੈਟ ਘੱਟੋ ਘੱਟ ਕਨਸੈਂਟ੍ਰੇਸ਼ਨ ਜਿਹੜੀ ਕਿ ਆਪਾਂ ਨੂੰ ਜ਼ਰੂਰਤ ਹੈ ਫॉर द ਫਾਰਮੇਸ਼ਨ ਆਫ ਮਾਈਸਲੀਜ਼ ਇਜ਼ ਨੋਨ ਐਜ਼ CMC ਕ੍ਰਿਟੀਕਲ ਮਾਈਸਲੀ ਕਨਸੈਂਟ੍ਰੇਸ਼ਨ ਠੀਕ ਹੈ ਆਪਾਂ ਕਿੱਥੇ ਜੇ ਸੀ based upon the dispersed phase what type of colloid is miceles ਹਾਂਜੀ ਜਿਹੜੇ soap ਕਿਹੜੇ ਟਾਈਪ ਦਾ colloid ਹੈ ਆਪਾਂ ਨੂੰ ਟਾਈਪ ਆਫ ਡਿਸਪਰਸਡ ਫੇਜ਼ ਪੁੱਛਿਆ ਤੇ ਐਸੋਸੀਏਟਡ ਆਊਗਾ ਹਾਂ ਐਸੋਸੀਏਟਡ ਹੀ ਆਊਗਾ ਠੀਕ ਹੈ what is the difference between lyophobic ਤੇ lyophiलिc ਹਾਂਜੀ lyophobic ਚ repulsion ਹੈ between dispersed phase and dispersion media lyophiलिc ਚ attraction ਠੀਕ ਹੈ lyophobic unstable or stable lyophobic irreversible or reversible lyophobic cannot be easily formed or easily formed lyophobic needs a stabilizing agent lyophilic doesn't need so ਆਪਾਂ ਪੰਜ ਡਿਫਰੈਂਸਸ ਉਹਨਾਂ ਚੀਜ਼ਾਂ ਨੂੰ ਘੁਮਾ ਫਿਰਾ ਕੇ ਦੁਬਾਰਾ ਲਿਖ ਸਕਦੇ ਹਾਂ ਹੈ ਨਾ ਜਿੰਨੇ ਪੁੱਛੇ ਗਏ ਹੋਣ which aerosol depletes ozone layer ਹਾਂਜੀ CF2Cl2 chlorofluorocarbon freon 12 ਜਿਹਨੂੰ ਕਹਿੰਦੇ ਆ what is especially observed when a beam of light is passed through a colloidal solution ਹਾਂਜੀ Tyndall effect it gets scattered ठीक है ना to which colloidal system does milk belong emulsions define peptidization कौन define करूंगा सही सही peptidization हाँ जी पायल The process of converting the freshly prepared PBT into colloidal solution by the addition by addition of a suitable electrolyte ठीक है राजे how can a colloidal solution and true solution of the same color be distinguished from each other हाँ जी राजे ਆਪਾਂ colloidal ਤੇ true solution ਨੂੰ ਕਿਵੇਂ distinguish ਕਰ ਸਕਦੇ ਹਾਂ ठीक है 25th how is a sol फिर आ गया क्वेश्चन हाँ जी define electrophoresis कौन करूंगा बोलो the movement of colloidal particles under the influence of the electric field और की ठीक है ਜੇ ਪੋਜ਼ਿਟਿਵਲੀ ਚਾਰਜ ਸੋਲ ਹੋਊਗਾ ਕੈਥੋਡ ਤੇ ਚੱਲ ਜੂਗਾ 네ਗੇਟਿਵ ਹੋਇਆ ਤਾਂ ਐਨੋਡ ਤੇ ਚੱਲ ਜੂਗਾ what are lyophobic colloids give one example done ठीक है
28th ਆ ਗਿਆ ਜੀ ਆਰਟੀਫੀਸ਼ੀਅਲ ਰੇਨ, ਠੀਕ ਹੈ, ਕਰ ਲਿਓ ਇਹ। ਮੈਂ ਤੁਹਾਨੂੰ ਅਗੇਨ ਕਹਿ ਰਿਹਾ ਕਿ ਹਰ ਇੱਕ ਚੈਪਟਰ ਦੇ ਵਿੱਚ ਜਿਹਦੇ ਵਿੱਚ ਵੀ ਐਪਲੀਕੇਸ਼ਨਸ ਦਿੱਤੀਆਂ ਹੁੰਦੀਆਂ ਨੇ, ਇਹ ਬੱਚਿਆਂ ਨੂੰ ਹਮੇਸ਼ਾ ਮਰਵਾਉਂਦੀਆਂ ਐਗਜ਼ਾਮਸ 'ਚ, ਕਿਉਂਕਿ ਇੱਕ ਤਾਂ ਪੂਰਾ ਚੈਪਟਰ ਕਰਕੇ ਜਦੋਂ ਦੇਖੋ ਐਗਜ਼ਾਮ ਸਿਚੁਏਸ਼ਨ ਤੇ ਜਾਓ, ਠੀਕ ਹੈ ਨਾ, ਕੱਲ ਤੁਹਾਡਾ ਫਿਜ਼ਿਕਸ ਕੈਮਿਸਟਰੀ ਕਿਸੇ ਚੀਜ਼ ਦਾ ਵੀ ਪੇਪਰ ਹੈ, ਤਾਂ ਜਦੋਂ ਆਪਾਂ ਇੱਕ ਚੈਪਟਰ ਸ਼ੁਰੂ ਕਰਦੇ ਹਾਂ ਐਪਲੀਕੇਸ਼ਨ ਜਮਾਂ ਐਂਡ ਤੇ ਹੁੰਦੀਆਂ ਨੇ, ਤਾਂ ਇੱਕ ਤਾਂ ਬੱਚਾ ਉਦੋਂ ਉਹੀ ਅੱਕਿਆ ਪਿਆ ਹੁੰਦਾ ਚੈਪਟਰ ਤੋਂ, ਸਮਝਗੇ ਨਾ। ਹੁਣ ਇਹੀ ਚੈਪਟਰ ਹੈ, ਇਹਨੂੰ ਰੱਟਾ ਮਾਰ ਕੇ ਅੱਕੇ ਪਏ ਹੋ, ਜਦੋਂ ਐਂਡ ਤੇ ਨਾ ਐਪਲੀਕੇਸ਼ਨ ਦਾ ਬੁਲਾਇਆ ਨਾ ਛੱਡੋ ਭਰਾ, ਠੀਕ ਹੈ, ਕਿ ਸਾਰਾ ਕੁਝ ਇੰਪੋਰਟੈਂਟ ਤਾਂ ਹੋ ਗਿਆ, ਠੀਕ ਹੈ। ਤੇ ਉੱਤੋਂ ਦੇ ਜੋ ਕੁਐਸਚਨਸ ਆਉਂਦੇ ਆ, ਤੇ ਕੁਐਸਚਨ ਉੱਥੇ ਦੋ ਹੀ ਟਾਈਪ ਦੇ ਅਟਕਣਗੇ ਐਗਜ਼ਾਮ 'ਚ, ਇੱਕ ਡੈਫੀਨੇਸ਼ਨ, ਇੱਕ ਐਗਜ਼ਾਮਪਲ, ਕਿਉਂਕਿ ਉਹ ਬਿਲਕੁਲ ਟੁਕਮੀਆਂ ਲਿਖਣੀਆਂ ਹੁੰਦੀਆਂ, ਉਹਦੇ 'ਚ ਆਪਾਂ ਸਟੋਰੀਆਂ ਨਹੀਂ ਪਾ ਸਕਦੇ ਹੁੰਦੇ, ਤੇ ਇਹ ਕੁਐਸਚਨ ਅਟਕਦੇ ਆ। ਹੁਣ ਜਿੱਥੇ ਕੁਐਸਚਨ ਆ ਗਿਆ ਗਿਵ 2 ਐਗਜ਼ਾਮਪਲਸ ਆਫ, ਹੁਣ ਉੱਥੇ ਹੋਰ ਕਿਸੇ ਚੀਜ਼ ਦੇ ਨੰਬਰ ਨਹੀਂ ਮਿਲਣੇ, ਐਗਜ਼ਾਮਪਲ ਦੀ ਨੰਬਰ ਮਿਲਣਗੇ, ਠੀਕ ਹੈ ਨਾ। ਸੋ ਇਹ ਧਿਆਨ ਨਾਲ, ਸਾਨੂੰ ਉਦੋਂ ਐਗਜ਼ਾਮ 'ਚ ਕੁਐਸਚਨ ਆਇਆ ਸੀ ਜਿਹੜੇ ਜੈਲਸ ਹੁੰਦੇ ਆ, ਇੱਕ ਇਲਾਸਟਿਕ ਤੇ ਇਨ ਇਲਾਸਟਿਕ, ਦੋ ਟਾਈਪ ਦੇ ਜੈਲਸ ਹੁੰਦੇ ਨੇ, ਸੇਮ ਹੀ ਚੀਜ਼, ਲਾਇਓਫਿਲਿਕ ਤੇ ਲਾਇਓਫੋਬਿਕ ਵਾਲੀ ਗੱਲ ਹੀ ਹੈ। ਜਿਹੜੇ ਇਲਾਸਟਿਕ ਹੁੰਦੇ ਨੇ ਉਹੀ ਗੱਲ ਵੀ ਇਲਾਸਟਿਸਿਟੀ ਓਵਲੀ ਨਹੀਂ, ਇਲਾਸਟਿਸਿਟੀ ਮੀਨਸ ਰਿਵਰਸਿਬਿਲਿਟੀ, ਵੀ ਜੇ ਉਹ ਡਰਾਈ ਹੋ ਗਏ ਤਾਂ ਦੁਬਾਰੇ ਵੀ ਬਣਾਏ ਜਾ ਸਕਦੇ ਆ, ਠੀਕ ਹੈ। ਤੇ ਇਨ ਇਲਾਸਟਿਕ ਮਤਲਬ ਜਿਹੜੇ ਇਰਰਿਵਰਸਿਬਲ ਹੈ, ਜਿਹੜੇ ਡਰਾਈ ਹੋ ਕੇ ਦੁਬਾਰੇ ਸਹੀ ਨਹੀਂ ਹੋ ਸਕਦੇ, ਠੀਕ ਹੈ। ਤੇ ਇੱਥੇ ਦੱਸ ਦਿੰਦਾ ਤੁਹਾਨੂੰ, ਇਲਾਸਟਿਕ ਜੈਲਸ ਓਵਲੇ ਹੁੰਦੇ ਨੇ ਜਿਹੜੇ ਨੈਚੁਰਲੀ ਅਕਰਿੰਗ ਹੈ, ਆ ਸਟਾਰਚ ਵਗੈਰਾ ਤੋਂ ਬਣਦੇ ਆ। ਇਨ ਇਲਾਸਟਿਕ ਜੈਲਸ ਓਵਲੇ ਹੁੰਦੇ ਨੇ, ਜਿਵੇਂ ਗਮ ਇਜ਼ ਐਨ ਇਲਾਸਟਿਕ ਜੈਲ, ਤਾਂ ਜਿਵੇਂ ਇਨ ਇਲਾਸਟਿਕ ਜੈਲਸ ਜਿਹੜੇ ਆ ਫੈਰਿਕ ਹਾਈਡਰੋਕਸਾਈਡ, ਐਲੂਮੀਨੀਅਮ ਹਾਈਡਰੋਕਸਾਈਡ ਵਗੈਰਾ ਤੋਂ ਬਣਦੇ ਆ, ਠੀਕ ਹੈ ਨਾ, ਜਿਹੜੇ ਨੈਚੁਰਲੀ ਅਕਰਿੰਗ ਨਹੀਂ ਹੈਗੇ। ਤਾਂ ਸਾਨੂੰ ਐਮਐਸਸੀ 'ਚ ਆਇਆ ਸੀ ਇਹ ਕੁਐਸਚਨ ਰਿਵਰਸਿਬਲ ਦਾ, ਠੀਕ ਹੈ ਨਾ, ਕਿ ਗਿਵ 2 ਐਗਜ਼ਾਮਪਲਸ ਆਫ, ਪਤਾ ਨਹੀਂ ਰਿਵਰਸਿਬਲ ਸੀ, ਇਲਾਸਟਿਕ ਸੀ, ਪਤਾ ਨਹੀਂ ਇਨ ਇਲਾਸਟਿਕ ਸੀ, ਇਨ ਇਲਾਸਟਿਕ ਜੈਲਸ, ਤੇ ਮੈਨੂੰ ਆਉਂਦਾ ਨਹੀਂ ਸੀ। ਮਤਲਬ ਟੁਕਮਾ ਕੁਐਸਚਨ ਆਉਂਦਾ ਨਾ ਹੈ ਕਿ ਗਿਵ 2 ਐਗਜ਼ਾਮਪਲਸ ਆਫ, ਉੱਥੇ ਬੰਦਾ ਉਹੀ ਮਤਲਬ ਬੰਦ ਜਾਂਦਾ ਹੈ, ਕਿਉਂਕਿ ਹੁਣ ਆਏ ਤਾਂ ਪਤਾ ਹੀ ਹੁੰਦਾ ਵੀ ਹਾਂ ਵੀ ਇੱਕ ਐਗਜ਼ਾਮਪਲ ਓਵਲੀ ਸੀ, ਇੱਕ ਐਗਜ਼ਾਮਪਲ ਓਵਲੀ ਸੀ, ਬਟ ਮੁੱਦਾ ਇਸ ਕੀ ਦਿਮਾਗ 'ਚ ਧਾਰਨਾ ਕਿਹੜੀ ਕਿਹੜੀ ਸੀ, ਉਹ ਤੋਂ ਬਾਅਦ ਬੰਦਾ ਯਾਦ ਕਰਦਾ ਹੁੰਦਾ ਜਦੋਂ ਪੇਪਰ 'ਚ ਆ ਜਾਂਦਾ। ਚਲੋ ਅੱਛਾ, ਤੁਸੀਂ ਕਦੇ ਵੀ ਆਬਜ਼ਰਵ ਕਰਿਓ, ਫਿਰ ਉਹ ਪੂਰੀ ਲਾਈਫ ਹੀ ਨਹੀਂ ਭੁੱਲਦਾ ਬੰਦਾ, ਮੇਰੇ ਐਗਜ਼ਾਮ 'ਚ ਬੰਦਾ ਕਿ ਨਾ ਉਹ ਸਿਚੁਏਸ਼ਨ। So next, how are the following solutions prepared? Sulfur in water ਤੇ gold in water, ठीक है। हाँ जी राजे, Oxidation of water. H2S, good, हाँ जी। Sulfur sol is prepared by oxidation of H2S, हाँ जी। Gold, Reduction. चलो reduction ਨਾਲ ਵੀ prepare ਕਰ ਸਕਦੇ हैं, ਤੇ ਆਪਾਂ ਕੱਲ ਕੀਤਾ electrophoresis ਨਾਲ ਵੀ, good, हाँ ठीक है। 30th question, what is the difference between oil and water? चलो emulsions फिर आ गया। 31st, write the dispersed phase and dispersion media, हो जाऊगा राजे ਹੁਣ ਇਹ ਉਹ ਚਾਰਟ ਬਣਿਆ ਹੋਇਆ ਤੁਹਾਡੇ ਨੋਟਸ ਦੇ ਵਿੱਚ, ਬੁੱਕ ਦੇ ਵਿੱਚ ਵੀ ਹੈਗਾ, ਉਹਨੂੰ ਚੰਗੀ ਤਰ੍ਹਾਂ ਕਰ ਲਿਓ। ਕਲਾਸੀਫਿਕੇਸ਼ਨ ਦੇ ਵਿੱਚੋਂ ਕੁਐਸਚਨਸ ਆਉਂਦੇ ਆ, ਠੀਕ ਹੈ ਨਾ, ਚਾਹੇ ਉਹ ਲਾਇਓਫਿਲਿਕ ਲਾਇਓਫੋਬਿਕ ਹੈ, ਚਾਹੇ ਮਲਟੀ ਮੈਕਰੋ ਤੇ ਐਸੋਸੀਏਟਡ, ਤੇ ਚਾਹੇ ਆਵਲੇ। अगला देखो फिर लायोफिलिक ते लायोफोबिक है। What are lyophilic and lyophobic colloids? Which of these can be easily coagulated? क्यों? केड़े? Lyophobic। तो पीछे Y भी है, क्यों? क्योंकि there is repulsion between the dispersed phase and dispersion media। What is the difference between multimolecular and macromolecular? Give one example। देखो रहे हुन multimolecular तुसी की लिखोगे? हाँ जी राजे बोलो। मल्टीमोलिकुलर च ਆਪਾਂ ਲਿਖਾਂਗੇ ਕਿ ਜਿਹੜੇ ਕਿ ਪਾਰਟੀਕਲਸ ਤੋਂ ਜੁੜ ਕੇ ਬਣਦੇ ਆ, ਮੈਕਰੋਮੋਲੀਕੂਲ ਜਿਹੜੇ ਵੱਡੇ ਪਾਰਟੀਕਲਸ ਨੂੰ ਤੋੜ ਕੇ ਬਣਦੇ ਆ। ਨੰਬਰ 2, ਮਲਟੀਮੋਲੀਕੂਲਰ ਤੁਸੀਂ ਲਿਖੋਗੇ ਕਿ देयर आर अट्रैक्टिव फोर्सेस, ਤਾਂ ਇਹ ਜੁੜਦੇ ਨੇ ਲਾਇਓਫਿਲਿਕ, ਉਧਰ ਆਪਾਂ ਲਿਖਾਂਗੇ ਲਾਇਓਫੋबिक फोर्सेस, ठीक है ना। 33rd भी 34th अगेन सेम है, 35th भी सेम है। 36th, describe a conspicuous change। हाँ जी रटे, आवले क्वेश्चंस आजकल आते हैं, पारिश ध्यान नाल देख। A solution of NaCl is added to a sol of hydrated ferric hydroxide। देखो जे ferric hydroxide केड़ा सोल हुंदा, पॉजिटिव के नेगेटिव?
ਦੋ ਹੀ ਆਪਸ਼ਨਸ ਨੇ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਕੱਲ ਇਹੀ ਐਗਜ਼ਾਮਪਲ ਕੀਤੀ ਸੀ ਆਪਾਂ ਨੇ ਬੋਰਡ ਤੇ, ਪਤਾ ਨਹੀਂ ਮੈਨੂੰ ਤਾਂ। ਫੈਰਿਕ ਹਾਈਡਰੋਕਸਾਈਡ ਇਜ਼ ਅ ਪੋਜ਼ਿਟਿਵ ਸੋਲ। ਜਦੋਂ ਆਪਾਂ ਉਹਦੇ ਵਿੱਚ NaCl ਪਾਵਾਂਗੇ ਉਹ ਆਪਣੇ ਉੱਪਰ ਕਲੋਰਾਈਡ ਆਇਨਸ ਨੂੰ ਐਡਜ਼ੋਰਬ ਕਰਕੇ ਨਿਊਟਰਲਾਈਜ਼ ਹੋ ਜਾਊਗਾ ਤੇ ਪ੍ਰੈਸਿਪਿਟੇਟ ਹੋ ਜਾਊਗਾ, ਬਸ ਇੰਨਾ ਕੀ ਲਿਖਣਾ, ਠੀਕ ਹੈ। A beam of light is passed through NaCl and then through a soul। ਜਦੋਂ beam of light ਆਪਾਂ NaCl ਚੋਂ ਪਾਸ ਕਰਾਂਗੇ ਆਪਾਂ ਨੂੰ ਉਹਦਾ ਪਾਥ ਵਿਜ਼ੀਬਲ ਨਹੀਂ ਹੋਊਗਾ, ਜਦੋਂ ਸੋਲ ਚੋਂ ਕਰਾਂਗੇ ਤਾਂ ਉਹਦਾ ਪਾਥ ਵਿਜ਼ੀਬਲ ਹੋਊਗਾ ਡਿਊ ਟੂ ਟਿੰਡਾਲ ਇਫੈਕਟ। So what is meant by coagulation? So coagulation, precipitation, flocculation सब कुछ same है, ठीक है। Describe briefly any three methods by which coagulation can be carried out। हाँ जी बेटे, ਤੁਸੀਂ coagulation ਕਿਹੜੇ-ਕਿਹੜੇ methods ਦੇ ਨਾਲ ਕਰ ਸਕਦੇ ਹੋ, ਕੋਈ ਵੀ ਬੱਚਾ ਦੱਸੇ। ਨੰਬਰ 1, ਹਾਂ ਸਭ ਤੋਂ ਪਹਿਲਾ ਮੈਥਡ ਕਿਹੜਾ ਮੈਂਸ਼ਨ ਕਰਾਂਗੇ ਬੇਟੇ? ਇਲੈਕਟ੍ਰੋਲਾਈਟ ਐਡ ਕਰਕੇ, ਜਿਹੜਾ ਮੇਨ ਮੈਥਡ ਹੈ ਕਿ ਆਪਾਂ ਉਹਦਾ ਚਾਰਜ ਨਿਊਟਰਲਾਈਜ਼ ਕਰਾਂਗੇ। ਨੰਬਰ 2 ਇਲੈਕਟ੍ਰੋਫੋਰੇਸਿਸ। ਆਪਾਂ ਇਲੈਕਟ੍ਰੋਫੋਰੇਸਿਸ ਕਰਾਂਗੇ, ਉਹ ਆਪੋਜ਼ਿਟਲੀ ਚਾਰਜ ਇਲੈਕਟ੍ਰੋਡ ਤੇ ਜਾਣਗੇ, ਨਿਊਟਰਲਾਈਜ਼ ਹੋ ਕੇ ਕੋਐਗੂਲੇਟ ਹੋ ਜਾਣਗੇ। ਨੰਬਰ 3 ਸੈਂਟਰੀਫਿਊਗੇਸ਼ਨ, ਠੀਕ ਹੈ। ਆਪਾਂ ਸੈਂਟਰੀਫਿਊਜ ਕਰਾਂਗੇ, ਕੋਲੋਇਡਲ ਪਾਰਟੀਕਲਸ ਅਲੱਗ ਹੋ ਜਾਣਗੇ। ਇਹ ਤਿੰਨ ਮੇਨ ਮੈਥਡਸ ਹੈ, ਬਾਕੀ ਆਪਾਂ ਜਿਹੜਾ ਮਰਜ਼ੀ ਲਿਖ ਲਓ ਜਿਹਦੇ ਨਾਲ ਵੀ ਆਪਾਂ ਨੇ ਪਿਉਰੀਫਾਈ ਕੀਤਾ, ਕਿਉਂਕਿ ਪਿਉਰੀਫਾਈ ਹੋ ਕੇ ਐਂਡ ਤੇ ਆਪਾਂ ਨੂੰ ਬਚਦਾ ਕੀ ਹੈ? ਕੋਐਗੂਲੇਟ, ਜਿਵੇਂ ਕਿ ਡਾਇਲਿਸਿਸ ਤੇ ਫਿਲਟਰੇਸ਼ਨ। ਡਨ। ਬਟ ਤਿੰਨ ਜਿਹੜੇ ਮੇਨ ਮੈਥਡਸ ਹੈ, ਨੰਬਰ 1 ਨਿਊਟਰਲਾਈਜੇਸ਼ਨ ਆਫ ਚਾਰਜ ਬਾਈ ਇਲੈਕਟ੍ਰੋਲਾਈਟ, ਨੰਬਰ 2 ਇਲੈਕਟ੍ਰੋਫੋਰੇਸਿਸ, ਨੰਬਰ 3 सेंट्रीफ्यूगेशन, अल्ट्रा सेंट्रीफ्यूगेशन, ठीक है बच्चे। क्वेश्चन नंबर 38। सो माइसलीज ते एरोसोल हो गया बच्चे। एरोसोल की हुंदा है? एयर दे विच सॉल्यूशन। जो अपना डिस्पर्शन मीडिया की है एयर, ठीक है। जरूरी नहीं कि एरोसोल ऐसे चैप्टर च है, सॉल्यूशंस च भी है। तो एरोसोल की डेफिनेशन आप दोनों लिख सकते हैं। आप एरोसोल में भी लिख सकते हैं कि इट इज अ कोलॉइडल सॉल्यूशन वेयर द डिस्पर्स्ड फेज या डिस्पर्शन मीडिया की है लिक्विड या सॉलिड। ओ डिस्पर्स्ड फेज की है लिक्विड या सॉलिड, तो डिस्पर्शन मीडिया की है एयर। आप ये भी लिख सकते हैं इट इज द सॉल्यूशन in which the solute is liquid या solid and the solvent is air। वो भी aerosol ही होता है। Examples भी same है। Dust in air can be a colloid as well as can be a solution depending upon the particle size। जे dust 1 नैनोमीटर तो घट है तो true solution बन गया, जे 1 तो लेके 1000 तक है तो colloidal solution बन गया, ठीक है। हाँ जी 39 अपन ने कल पूरा डिस्कस किया है, मैकेनिज्म ऑफ एक्शन ऑफ सोप। व्हाई डू सोप्स डू नॉट वर्क इन हार्ड वाटर? ये हुन अपने सिलेबस छ नहीं, क्योंकि ਆਪਾਂ केमिस्ट्री इन एवरीडे लाइफ चैप्टर कट चुके हैं। बट यस ये अपन ਨੂੰ वैसे ही पता होना चाहिए कि हार्ड वाटर ਦੇ ਵਿੱਚ ਕੀ ਹੁੰਦੇ ਨੇ? कैल्शियम एंड मैग्नीशियम सॉल्ट्स। अब प्लस 1 ਚ भी ਕੀਤਾ है कि दिस इज द सोप RCOOK। ਜਦੋਂ ਆਪਾਂ कैल्शियम क्लोराइड, मैग्नीशियम क्लोराइड, कैल्शियम सल्फेट, मैग्नीशियम सल्फेट, है ना। सो हार्ड वाटर हार्डनेस की होती है दो टाइप की, टेम्पररी एंड परमानेंट। टेम्पररी हार्डनेस इज ड्यू टू बाइकार्बोनेट्स ऑफ कैल्शियम एंड मैग्नीशियम, परमानेंट इज ड्यू टू क्लोराइड्स एंड सल्फेट्स ऑफ कैल्शियम एंड मैग्नीशियम। सो कैल्शियम आयंस या मैग्नीशियम आयंस सोप दे मॉलिक्यूल्स दे नाल मिलके ये बना देंगे पोटेशियम क्लोराइड या पोटेशियम सल्फेट, निकल जुगा बाहर। डन। ये जो बन गया दिस इज नोन एज अ कर्डी वाइट पीपीटी नोन एज स्कम। ये तो पता ना अपन, ठीक है ना। तुसी ਜਿਹੜਾ ਖਾਰਾ ਪਾਣੀ ਹੁੰਦਾ ਮੋਟਰ ਵਾਲਾ, ਉਹਦੇ ਵਿੱਚ ਕੋਈ ਵੀ ਮੋਟਾ ਕਲੌਥ, ਖੇਸ ਹੋ ਗਏ,
ਟਾਵਲ ਹੋ ਗਿਆ ਹਨਾ, ਟਾਵਲ ਨੂੰ ਐ ਡਿਪ ਕਰਕੇ ਉਹਦੇ ਤੇ ਸੋਪ ਲਗਾਓਗੇ ਨਾ ਤਾਂ ਉਹਦੇ ਤੇ ਸਾਨੂੰ ਲੈਦਰ ਨਹੀਂ ਮਿਲੂਗਾ, ਮਤਲਬ ਝੱਗ ਨਹੀਂ ਮਿਲੂਗੀ ਹਨਾ, ਤਾਂ ਤੁਹਾਨੂੰ ਦੇਖੋਗਾ ਕਿ ਮਤਲਬ ਗਾੜੀ ਜੀ ਚਿਕਨਾਈ ਜੀ ਗ੍ਰੇ ਜਿਹੇ ਕਲਰ ਦੀ ਬਣਦੀ ਜਾਊਗੀ, ਠੀਕ ਹੈ ਨਾ। ਸੋ ਦੈਟ ਇਜ਼ ਨੋਨ ਐਜ਼ ਸਕਮ। The soap should not be a detergent soap। ਹੁਣ ਇਹ ਨਹੀਂ ਹੈ ਕਿ ਤੁਸੀਂ ਰਿੰਨ ਦੀ ਟਿੱਕੀ ਲੈ ਕੇ ਉਹਨੂੰ ਐਂ ਕੀਤਾ ਤੁਸੀਂ ਕਹਿੰਦੇ ਹੋ ਝੱਗ ਤਾਂ ਬਣ ਗਈ, ਕਿਉਂਕਿ ਉਹ ਡਿਟਰਜੈਂਟ ਹੁੰਦੇ ਨੇ ਰਾਜੇ। ਸੋਪਸ ਕਿਹੜੀਆਂ ਜਿਹੜੀਆਂ ਉਹ ਚੌਰਸ ਆਉਂਦੀਆਂ ਨੇ, 555 ਛੋਕਰਾ ਰਾਜ ਸੋਪ ਹਨਾ, ਉਹ ਗਈਆਂ ਸੋਪਸ ਵਾਈਟ ਤੇ ਬਲੈਕ ਕਲਰ ਦੀਆਂ ਦੋ ਵੈਰਾਈਟੀਜ਼। So they are sodium ਜਾਂ potassium salts of long chain fatty acids, ਠੀਕ ਹੈ ਨਾ। ਆਦਰ ਦੇ ਪਿੱਛੇ ਤੁਹਾਨੂੰ ਪਤਾ ਹੈ ਅੱਜ ਤੋਂ ਮਤਲਬ 10 to 15 years back ਜਿੰਨੇ ਵੀ ਸੋਪ ਮੈਨੂਫੈਕਚਰਰ ਸੀਗੇ ਹਨਾ, ਉਹ ਸਾਰਿਆਂ ਨੂੰ ਅੰਡਰਗਰਾਉਂਡ ਹੋਣਾ ਪਿਆ। ਹੈ ਕੋਈ ਸੋਪ ਮੈਨੂਫੈਕਚਰਰ ਕੋਈ ਜਾਣ ਪਛਾਣ ਚ? ਚਲੋ ਨਹੀਂ, ਤੇ ਉਹਨਾਂ ਨੂੰ ਸਾਰਿਆਂ ਨੂੰ ਅੰਡਰਗਰਾਉਂਡ ਹੋਣਾ ਪਿਆ। ਰੀਜ਼ਨ ਬੀਇੰਗ ਮਤਲਬ ਦੇਖੋ ਅਨਪੜ੍ਹਤਾ ਮੁਲਕ ਦੀ ਹਨਾ ਚਰਮ ਸੀਮਾ ਤੇ ਹੈ, ਠੀਕ ਹੈ ਹਾਂ, ਉਹ ਮਤਲਬ ਉਹ ਲਿਮਿਟ ਹੈ ਇੱਕ, ਤੇ ਉਹਨਾਂ ਸਾਰਿਆਂ ਨੂੰ ਅੰਡਰਗਰਾਉਂਡ ਹੋਣਾ ਪਿਆ। ਰੀਜ਼ਨ ਬੀਇੰਗ ਪਤਾ ਕੀ ਰੀਜ਼ਨ ਸੀਗਾ ਕਿ ਵੀ ਮਤਲਬ ਉਹਦੇ ਵਿੱਚ ਚਰਬੀ ਯੂਜ਼ ਹੁੰਦੀ ਹੈ, ਸੋਪ ਨੂੰ ਮੈਨੂਫੈਕਚਰ ਕਰਨ ਲਈ ਚਰਬੀ ਯੂਜ਼ ਹੁੰਦੀ ਹੈ, ਮਤਲਬ ਮਾਸ, ਠੀਕ ਹੈ। ਉਹ ਮਾਸ ਨਹੀਂ ਹਨਾ, ਮਤਲਬ ਫੈਟ ਯੂਜ਼ ਹੁੰਦਾ ਬੇਸਿਕਲੀ। ਤਾਂ ਉਹ ਨੈਚੁਰਲ ਐਵੇਂ ਜਦੋਂ ਚਰਬੀ ਯੂਜ਼ ਹੁੰਦੀ ਹੈ ਤਾਂ ਕਹਿੰਦੇ ਵੀ ਮਤਲਬ ਕਿ ਇਹ ਵੈਜੀਟੇਰੀਅਨਸ ਦੇ ਜਾਂ ਹਿੰਦੁਸਤਾਨ ਦੇ ਮਤਲਬ ਸਿਧਾਂਤਾਂ ਦੇ ਖਿਲਾਫ ਹੋ ਗਿਆ ਕਾਈਂਡ ਆਫ ਹਨਾ, ਤੇ ਉਹ ਫਿਰ ਉਹਨਾਂ ਨੂੰ ਇੱਕਦਮ ਅੰਡਰਗਰਾਉਂਡ ਹੋਣਾ ਪਿਆ, ਠੀਕ ਹੈ। ਵੈਜੀਟੇਰੀਅਨ ਕੌਣ ਹੈ ਜਿਸ ਤੁਹਾਡੇ ਚੋਂ? ਮੈਂ ਤਾਂ ਉਹਦੇ ਵੱਲ ਦੇਖ ਕੇ ਮੈਂ ਸਿੱਧੀ ਹਨਾ, ਤਾਂ ਉਹ ਫਿਰ ਉਹ ਸਾਰਿਆਂ ਨੂੰ ਅੰਡਰਗਰਾਉਂਡ ਹੋਣਾ ਪਿਆ। ਜਦਕਿ ਜਦੋਂ ਆਪਾਂ ਕਰਦੇ ਨਾ ਕਿ ਜਿਹੜਾ ਇਹ ਆਪਣੇ ਆਪਾਂ ਕਿਵੇਂ ਬਣਾਉਂਦੇ ਆ, ਦੇਖੋ ਇਹ ਸੋਡੀਅਮ ਜਾਂ ਪੋਟਾਸ਼ੀਅਮ ਸਾਲਟਸ, ਐਸਟਰ ਜਿਹੜਾ ਹੁੰਦਾ ਆਪਣੇ ਕੋਲ ਗਲਿਸਰੋਲ ਹੁੰਦਾ, ਠੀਕ ਹੈ। ਜਦੋਂ ਆਪਾਂ ਨੂੰ ਕਾਰਬੋਕਸਿਲਿਕ ਐਸਿਡ ਦੇ ਨਾਲ ਟ੍ਰੀਟ ਕਰਦੇ ਆ, OH ਤੇ H ਐਸਿਡ ਦਾ ਆਊਟ, ਠੀਕ ਹੈ, ਤੇ ਇੱਥੇ ਕੀ ਬਣ ਜਾਊਗਾ ਜਿਹੜਾ ਵੀ ਆਪਾਂ ਸੋਪ ਲਗਾਵਾਂਗੇ, ਡਨ। ਇਹ ਜੋ ਚੀਜ਼ ਬਣ ਗਈ ਰਹੇ ਜਿਹੜਾ ਆਪਾਂ ਕਹਿੰਦੇ ਆ ਵੀ ਟ੍ਰਾਈਗਲਿਸਰਾਈਡ, ਇਹ ਟ੍ਰਾਈਗਲਿਸਰਾਈਡ ਇਜ਼ ਨਥਿੰਗ ਬਟ ਅ ਫੈਟ। ਹੁਣ ਆਪਾਂ ਇਸ ਦੀ ਹਾਈਡਰੋਲਿਸਿਸ ਕਰਾਂਗੇ ਵਿਦ NaOH, RCOON, soap बन गई कि नहीं, ठीक है ना। So to prepare soap you need a triglyceride, and triglyceride is nothing but a fat। तो फैट तो बिना सोप बन ही नहीं सकती, समझ गए। तो इस करके ਆਪਾਂ ਉਹ ਮਤਲਬ ਉਹਦੇ ਚ ਆਏ ਥੋੜੀ ਹੈ ਵੀ ਕਿ ਬੰਦਾ ਮਾਰ ਕੇ ਜਾਂ ਮਤਲਬ ਕੋਈ ਜਾਨਵਰ ਮਾਰ ਕੇ ਉਹਦੀ ਚਰਬੀ ਤੋਂ ਸਾਬਣਾ ਬਣਾਈਆਂ ਜਾ ਰਹੀਆਂ, ਸਮਝ ਰਹੇ ਨਾ। ਮਤਲਬ this compound is known as fat, ਚਰਬੀ, ਜਿਹੜਾ ਪੰਜਾਬੀ ਚਰਬੀ ਕਹਾਂਗੇ। ਤੇ ਉੱਥੇ ਬਈ ਰੇਡਾਂ ਪਈ ਜਾਣ ਸਾਬਣਾਂ ਦੀਆਂ ਫੈਕਟਰੀਆਂ 'ਚ, ਸੱਚੀ 'ਚ ਉਹ ਜਿਹੀ ਰੇਡਾਂ ਮਾਰਨ ਆਵੇ, ਉਹ ਜਿਹੀ ਰੇਡਾਂ ਮਰਵਾਉਣ ਆਵੇ। ਰੇਡਾਂ ਪਈ ਜਾਣ ਵੀ ਇੱਥੇ ਜਾਨਵਰ ਮਰੇ ਹੋਏ ਸਟੋਰ ਕੀਤੇ ਹੋਏ ਆ, ਦੇਖੋ ਫੈਕਟਰੀਆਂ 'ਚ। ਹਾਈਟ ਹੈ ਇਹ, ਮਤਲਬ ਇਲਿਟਰੇਸੀ ਦੀ ਹਾਈਟ। ਤੇ ਸਾਬਣਾਂ ਵਾਲੇ ਵੀ ਐਕਸਪਲੇਨ ਕਰਨ ਦੀ ਬਜਾਏ ਅੰਡਰਗਰਾਉਂਡ ਸੱਚੀ 'ਚ 2-3 ਮਹੀਨੇ ਮਤਲਬ ਆਪਦੇ ਘਰਾਂ 'ਚੋਂ ਬਾਹਰ ਰਹੇ ਆ ਵਿਚਾਰੇ। ਚਲੋ ਇਹ ਨਹੀਂ ਵੇਸ ਕੋਈ ਗੱਲ ਨਹੀਂ। ਸੋਲਵ ਕਿਵੇਂ ਸਕੀ ਮੈਂ ਸੋਲਵ ਕਿਵੇਂ ਜਦੋਂ ਕਿਸੇ ਸਿਆਣੇ ਨੂੰ ਪਤਾ ਲੱਗ ਗਿਆ ਕਿਦੋਂ ਤਾਂ ਪਤਾ ਲੱਗਿਆ ਹੀ ਹੋਊਗਾ ਨਾ ਰਾਜੇ, ਕਦੇ ਨਾ ਕਦੇ ਤਾਂ ਕੋਈ ਤਾਂ ਬੋਲਦਾ ਹੀ ਹੈ, ਕਿਉਂਕਿ ਅੱਜ ਕੱਲ ਸਾਰੇ ਬਿਜ਼ਨਸਮੈਨ ਅਨਪੜ੍ਹ ਥੋੜੀ ਹੈ। ਕਿਸੇ ਨਾ ਕਿਸੇ ਦਾ ਜਵਾਕ ਪੜ੍ਹਿਆ ਲਿਖਿਆ ਹੋਊਗਾ, ਕੋਈ ਉੱਥੇ ਸਿਆਣਾ ਲੀਡਰ ਵੀ ਹੋਊਗਾ ਇੱਕ ਅੱਧਾ ਜਿਹੜਾ ਪੜ੍ਹਿਆ ਲਿਖਿਆ ਹੋਊਗਾ। ਕਿਸੇ ਨੇ ਤਾਂ ਕਿਹਾ ਹੀ ਹੋਊਗਾ ਵੀ ਬਾਈ ਜੀ ਏਦਾਂ ਦੀ ਗੱਲ ਨਹੀਂ, ਕੋਈ ਉੱਥੇ ਐ ਗਊ ਜਾਂ ਕੁੱਤਾ ਮਾਰ ਕੇ ਨਹੀਂ ਸਾਬਣ ਬਣਦੀ, ਉਹ ਤਾਂ ਕੈਮੀਕਲ ਤੇ ਹੀ ਬਣਦੀ ਹੈ। ਕੁਛ ਨਾ ਕੁਛ ਤਾਂ ਹੋਇਆ ਹੀ ਹੋਊਗਾ ਜਿਹਦੇ ਨਾਲ ਮਤਲਬ ਪੈਸੀਫਾਈ ਹੋਈ ਹੋਊਗੀ ਸਿਚੁਏਸ਼ਨ, ਠੀਕ ਹੈ ਕਿ ਨਹੀਂ। ਤੇ ਹੁਣ ਵੀ ਤਾਂ ਦੇਖੋ ਚੱਲੀ ਜਾ ਰਿਹਾ ਹੈ, ਹੁਣ ਵੀ ਤਾਂ ਦੇਖੋ ਸਰਕਾਰ ਵੀ ਅੜੀ ਹੋਈ ਹੈ ਪੂਰੀ। ਹੁਣ ਇਹ ਪ੍ਰੈਸਟੀਜ ਇਸ਼ੂ ਬਣਿਆ ਹੋਇਆ ਸਿਰਫ, ਅਦਰਵਾਈਜ਼ ਸਰਕਾਰ ਨੂੰ ਪਤਾ ਹੈ ਵੀ ਅਸੀਂ ਗਲਤ ਕਰ ਰਹੇ ਹਾਂ। ਇਟਸ ਜਸਟ ਅ ਪ੍ਰੈਸਟੀਜ ਇਸ਼ੂ। ਉਹਨਾਂ ਨੂੰ ਆਇਆ ਵੀ ਜੇ ਅਸੀਂ ਹੁਣ ਹਾਰ ਮੰਨ ਲਈ ਤਾਂ ਵੀ ਆਰ ਦ PM। ਹਾਂ ਸਿਰਫ ਇਹੀ ਹੈ, ਹੋਰ ਕੁਝ ਨਹੀਂ ਹੈ। ਹੁਣ ਤਾਂ ਅੰਦਰੋਂ ਅੰਦਰ ਹੀ ਪੂਰੇ ਤਿਆਰ ਨੇ, ਉਹਨਾਂ ਨੂੰ ਆਇਆ ਵੀ ਕਿ ਤਾਂ ਕੋਈ ਨਾ ਕੋਈ ਕਲੂ ਨਿਕਲ ਹੀ ਆਵੇ, ਠੀਕ ਹੈ ਨਾ। ਕੋਈ ਸਿਆਣਾ ਬੰਦਾ ਇਧਰੋਂ ਉੱਠ ਆਵੇ, ਇੱਕ ਅੱਧਾ ਸਿਆਣਾ ਸਾਡੇ 'ਚ ਵੀ ਹੋਊਗਾ, ਠੀਕ ਹੈ।
ਵੀ ਆਪਾਂ ਕੋਈ ਨਾ ਕੋਈ ਸਮਝੌਤਾ ਕਰ ਲਈਏ, ਅਦਰਵਾਈਜ਼ ਤਾਂ ਹੁਣ ਤਾਂ ਜਸਟ ਇੱਕ ਪ੍ਰੈਸਟੀਜ ਇਸ਼ੂ ਹੀ ਹੈ, ਹੋਰ ਤਾਂ ਕੁਝ ਨਹੀਂ। ਤਾਂ ਉਹੀ ਇੱਥੇ ਸੀਗਾ, ਕਦੇ ਬੰਦੇ ਸਿਆਣੇ ਬੰਦੇ ਨੇ ਕਹਿਤਾ ਹੋਊਗਾ ਵੀ ਨਹੀਂ ਯਾਰ ਫਾਈਨਲੀ ਆਪਣੀ ਗਲਤੀ ਹੈ, ਇਹਦੇ 'ਚ ਕੋਈ ਮਤਲਬ ਉਹਨਾਂ ਨੇ ਗਊ ਮੱਝ ਨਹੀਂ ਮਾਰੀ, ਠੀਕ ਹੈ ਵੀ ਇਹ ਇਟਸ ਜਸਟ ਅ ਕੈਮੀਕਲ, ਤਾਂ ਉਹਨੇ ਫਾਈਨਲੀ ਸਾਰਿਆਂ ਨੇ ਮੰਨ ਲਿਆ ਹੋਊਗਾ। ਚਲੋ ਹੁਣ ਮੈਨੂੰ ਸਮਝਾਉਣਾ ਪਊਗਾ ਵੀ ਨਹੀਂ ਯਾਰ ਇਹ ਇੰਨਾ ਕੁਝ ਨਹੀਂ ਹੈ ਕੰਟਰ ਫਾਰਮ ਨੂੰ, ਜਿਹੜੇ ਜਿਵੇਂ ਕੰਮ ਕਰੀ ਜਾਂਦੇ ਨੇ ਕਰੀ ਜਾਣ ਦੋ। ਆ ਜਾਓ ਬਈ, explain the following terms by giving an example of each। हो जाएगा राजे। हाइड्रोसोल की है वाटर इन, नहीं हाइड्रोसोल इज हाँ जी बोलो। चलो एक अलग क्लासिफिकेशन होती है राजे डिपेंडिंग अपॉन कि अपना डिस्पर्शन मीडिया केड़ा है। जे अपना डिस्पर्शन मीडिया वाटर है ਉਹਦੇ ਵਿੱਚ ਤੁਸੀਂ ਕੁਝ ਵੀ ਬੋਲ ਦੋ ਹਾਈਡਰੋਸੋਲ, ਐਲਕੋਹਲ ਹੈ ਐਲਕੋਸੋਲ, ਸਮਝ ਗਏ ਇਦਾਂ। define the following terms aerosol coagulation, ਉਸ ਤੋਂ ਬਾਅਦ ਮਾਈਸਲੀਜ਼ ਪੈਪਟਾਈजेशन ਰਿਵਰਸਿਬਲ ਸੋਲਸ ਹੋ ਗਿਆ। ਰਿਵਰਸਿਬਲ ਕਿਹੜੇ ਹੁੰਦੇ ਨੇ ਲਾਇਓਫਿਲਿਕ। How are associated colloids different from macromolecular? हो जाएगा राजे। सर Emulsions ते emulsification देखो राजे हम चलो वैसे ही हम सिलेबस ठीक करनी छोटो का नेक्स्ट पेज पे आ जाओ। Give reasons for leather gets hardened after tanning। हाँ जी राजे applications of colloids ਦੇ ਵਿੱਚ again एक ਹੋਰ application है, ठीक है। So read out कर लियो again, it is due to coagulation, ठीक है ना। FeCl3 is preferred over KCl, बिल्कुल वाला चार्ज ज्यादा है, ठीक है ना। In case of cut leading to bleeding, देखो राजे तो bleeding हो रही है ਆਪਾਂ ਕਹਾਂਗੇ ਜਿਹੜੇ blood corpuscles ਹੁੰਦੇ ਨੇ, हाँ जी राजे। Another application, blood is also in colloidal soul। blood भी colloidal soul ਹੁੰਦਾ ਹੈ ਜਿਹਦੇ ਵਿੱਚ blood particles ਹੈ ਜਿਹੜੇ RBCs ਵਗੈਰਾ they are the dispersed phase and ਜਿਹੜਾ plasma ਹੁੰਦਾ ਹੈ ਉਹ dispersion media ਤੇ blood particles are under the colloidal range ਤਾਂ ਉਹਨਾਂ ਦੇ ਉੱਤੇ negative charge ਹੁੰਦਾ ਹੈ। ਤਾਂ FeCl3 coagulation ਕਿਉਂ cause ਕਰਦਾ ਹੈ ਕਿਉਂਕਿ 3 positive ਹੈ। done। Freundlich's isotherm हो जाएगा। What is the role of activated charcoal in a gas mask? Or harmful gases no absorb कर दूँगा। पढ़ सकते हो नहीं? उन्हें lengthy questions ने दो तीन questions को जोड़ के बने हुए हैं। फटाफट read out कर लो। जे किसी questions कोई doubt है तो you can always ask। ठीक है? देखो ना अपना कल मैं ऑफ किया है, सो टुमारो विल बी ऑफ, परसों विल बी टेस्ट कादा, फिर ਆਪਾਂ ਕੱਲ ਸਰਫੇਸ ਕੈਮਿਸਟਰੀ ਦਾ ਟੈਸਟ ਹੀ ਲੈ ਲੈਣੇ ਆ ਆਫ ਕਰਨ ਦੀ ਬਜਾਏ। ਉਹਦਾ ਕੀਤਾ ਹੈ ਫਿਰ ਆਪ ਹਾਂ ਉਹੀ ਕਹਿ ਰਹੇ ਆ ਕਿ ਚੇਂਜ ਕਰ ਦਿੰਦੇ ਆਪਾਂ। परसों ही रखी लो। ਇਹਦੇ ਟੈਸਟ ਚੈਪਟਰ ਤਿਆਰ ਹੋ ਜਾਊਗਾ ਕੱਲਾ ਚੈਪਟਰ, ਨਹੀਂ ਫਿਰ ਉਹ ਮੈਨੂੰ ਪਤਾ 5 ਚੈਪਟਰਾਂ ਦੇ ਵਿੱਚ ਹੀ ਰੁੱਝ ਜਾਂਦਾ ਹੁੰਦਾ ਚੈਪਟਰ। ਚਲੋ ਸੋ ਥੋੜਾ ਜਿਹਾ ਚੇਂਜ ਕਰਦੇ ਆ ਸ਼ਡਿਊਲ। Tomorrow will be the test from surface chemistry, परसों will be the test from carboxylic acids, या दो options, एक और option है परसों दोनों का इकट्ठा दे दो टेस्ट ना ਛੱਡੋ सर कार्बोक्सिलिक एसिड ना फिजिकल ਦੇ ਟੈਸਟ ਬਾਅਦ ਆ ਕੇ ਵਿੱਚ ਮਿਕਸ ਹੋ ਜੂਗਾ। कुछ नहीं मिक्स होता है, ऑर्गेनिक ਤੇ फिजिकल ਚ मिक्स होने ਨੂੰ कुछ नहीं हैगा, ठीक है, डोंट वरी। So tomorrow Wednesday will be the test from surface chemistry, कल परसों Thursday will be the test from carboxylic acids, Friday Saturday will be off, Monday will be the test from complete physical chemistry comprising 30 marks, ठीक है ना। तो ट्राई करियो रोजे कि टाइम नाल आ जियो जितनी जल्दी हो सके ताकि अपना टेस्ट खत्म हो सके, ठीक है ना। थैंक यू।